करुणा में सब दुख हरो। हे शरण जोग दयालै दीनानाथ मया करो। शरीर स्वस्थ क्षीण समय सिमरंत नानक राम दमोदर माधवै। कहा बुद्ध प्रभ तुच्छ हमारी बरन सकै महिमा जो तिहारी। हम ना सगत कर सिवत तुम्हारी आप लियो तुम कथा सुधारी। परम सन्मानयोग जुगो जुग अटल चवर छतर तख्त दे मालक सहबे कमाल हाजरा हजूर जारा जहूर सर्व कला भरपूर। गुरु गरीब नवाज धन धन श्री गुरु ग्रंथ साहिब जी महाराज सच्चे पातशाह जी दी पावन बारगाह दे अंदर श्री हर कृष्ण ध्याई है जिस डिठै सब दुख जाए। ऐसियां रब्बी दातां दे मालक अठवें पातशाह श्री गुरु हरकृष्ण साहिब महाराज जी दे पावन पवित्र इतिहासक स्थान गुरुद्वारा श्री बंगला साहिब विखे गुरु चरणां दे विच नतमस्तक हो रहे गुरु प्यार वाले सतसंगी जनों, गुरु पातशाह जी ने तरस किया है। तरस पिया महरामत होई सतगुर सज्जन मिलिया। नानक नाम मिलै तां जीवा तन मन थीवै हरिया। सतगुरु जी दे चरणां विच जुड़ के बैठण दा हर जस करन दा ये वडभागा समा आपां नूं प्राप्त होया है। श्री गुरु अर्जन देव जी महाराज सच्चे पातशाह जी ऐसे समय बारे अपनी मुबारक रसना तो फरमान करते ने। माई चरण गुर मीठे वड्डे भाग देवै परमेसर कोट फलां दर्शन गुर डिठे। कि हे माँ वाहिगुरु परमात्मा दे चरण बड़े मिठे हन। गुरु दे चरण बड़े मिठे हन। माई चरण गुर मिठे वड्डे भाग देवै परमेश्वर। वड्डियां भागां वालियां नूं ये दात मिलदी है। और शरधा भावना दे नाल जदों कोई गुरु दी शरण विच आउंदा है, गुरु दे दर्शन करन दा एडा वड्डा महात्म है। कोट फलां दर्शन गुर डिठे। अंदर सच्चा नेहो लाया प्रीतम आपने। तन मन होए निहाल जा गुर देखा सामने। सुआओ गुरमुख प्यारिओ जिन्ना क समा आपां नूं गुरु पातशाह जी दी हजूरी विच गुरबाणी दी गुरमत विचारां दी सांझ पाण दा प्राप्त होया है। आओ सतगुरु दे चरनां नाल जुड़ के लाह प्राप्त करिए। सारी संगत गुरु चरनां विच हाज़री लवाओ अते असीस बख्शो। आखो जी वाहिगुरु जी का खालसा वाहिगुरु जी की फतेह। साध संगत जीओ, दुनिया दे विच आपां वेखदे आ साडा जिहड़ा जीवन है ये दो तरह का है। एक साडा सरीरक जीवन है, एक साडा आत्मक जीवन है। सरीरक जीवन की मर्यादा भी सही चाहिए है, तां ही साडा आत्मक जीवन सही हो सकता है। जिवें आपां वेखदे आ दुनिया दे विच धन कमाउण दे दो तरीके हन। एक तरीका है कि आपां पढ़ लिख के जां किसी तरह की कोई कला सीख के कोई गुण सीख के
ਸਹੀ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਧਨ ਨੂੰ ਕਮਾਈਏ। ਇੱਕ ਤਰੀਕਾ ਹੈ ਕਿ ਗਲਤ ਤਰੀਕੇ ਦੇ ਨਾਲ ਦੁਨਿਆਵੀ ਧਨ ਨੂੰ ਬੰਦਾ ਇਕੱਠਾ ਕਰਦਾ ਹੈ। ਜਿਹੜਾ ਮਨੁੱਖ ਆਪਣੀ ਮਿਹਨਤ ਦੇ ਨਾਲ ਕੋਈ ਵਿੱਦਿਆ ਤਾਲੀਮ ਲੈ ਕੇ, ਕੋਈ ਕਲਾ ਸਿੱਖ ਕੇ, ਆਪਣੀ ਮਿਹਨਤ ਕਰਕੇ ਧਨ ਕਮਾਉਂਦਾ ਹੈ, ਉਹ ਧਨ ਉਸ ਨੂੰ ਸੁੱਖ ਦਿੰਦਾ ਹੈ, ਉਹਦੇ ਪਰਿਵਾਰ ਨੂੰ ਵੀ ਸੁੱਖ ਦਿੰਦਾ ਹੈ। ਦੂਸਰਾ ਧਨ ਜਿਹੜਾ ਹੈ, ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਵਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਉਹ ਧਨ ਸਾਨੂੰ ਵੀ ਦੁਖੀ ਕਰਦਾ ਹੈ, ਸਾਡੇ ਪਰਿਵਾਰ ਨੂੰ ਵੀ, ਔਰ ਸਾਡੇ ਮਨ ਦੇ ਉੱਪਰ ਵੀ ਉਹਦਾ ਬੜਾ ਗਲਤ ਅਸਰ ਹੁੰਦਾ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਸੋ ਗੁਰਮੁਖੋ, ਜਿਵੇਂ ਦੁਨਿਆਵੀ ਧਨ ਹੈ, ਇਸੇ ਤਰ੍ਹਾਂ ਸਾਡੀ ਆਤਮਿਕ ਤ੍ਰਿਪਤੀ ਵਾਸਤੇ, ਉਹਦੇ ਵਾਸਤੇ ਹੈ ਵਾਹਿਗੁਰੂ ਦਾ ਨਾਮ ਧੰਨ, ਪਰਮੇਸ਼ਵਰ ਦਾ ਨਾਮ ਧੰਨ। ਪਰ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਦੁਨਿਆਵੀ ਬਰਕਤਾਂ ਵੀ ਔਰ ਰੂਹਾਨੀ ਬਰਕਤਾਂ ਵੀ ਉਹ ਲੈਣ ਦਾ ਤਰੀਕਾ ਇੱਕ ਤਾਂ ਇਹ ਹੈ ਕਿ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਜਿਵੇਂ ਆਪਾਂ ਸਾਰੇ ਆਏ ਬੈਠੇ ਹਾਂ। ਇੱਕ ਤਰੀਕਾ ਹੋਰ ਵੀ ਹੈ, ਜਿਵੇਂ ਗਲਤ ਤਰੀਕੇ ਨਾਲ ਦੁਨਿਆਵੀ ਧਨ ਕਮਾਇਆ ਜਾਂਦਾ ਨਾ, ਇਸੇ ਤਰ੍ਹਾਂ ਮਨੁੱਖ ਗਲਤ ਤਰੀਕੇ ਦੇ ਨਾਲ ਆਪਣੀ ਆਤਮਾ ਦੀ ਤ੍ਰਿਪਤੀ ਵੀ ਕਰਨਾ ਚਾਹੁੰਦੇ ਨੇ, ਤੇ ਉਹਦੇ ਵਾਸਤੇ ਉਹ ਕਿਸੇ ਮੜੀ ਦੀ, ਕਿਸੇ ਮਿੱਟੀ ਦੀ, ਕਿਸੇ ਕਬਰ ਦੀ ਪੂਜਾ ਕਰਦੇ ਨੇ, ਜਾਂ ਕਿਸੇ ਦੇਹ ਧਾਰੀ ਦੀ ਪੂਜਾ ਕਰਨ ਲੱਗ ਜਾਂਦੇ ਨੇ। ਪਰ ਪਾਤਸ਼ਾਹ ਜੀ ਕਹਿੰਦੇ ਉਹਦੇ ਵਿੱਚੋਂ ਖੁਆਰੀ ਹੀ ਪੈਦਾ ਹੁੰਦੀ ਹੈ। ਜਦੋਂ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਗਲਤ ਪਾਸੇ ਵੱਲ ਜਾਵਾਂਗੇ, ਉਹ ਸਾਡੇ ਆਤਮਿਕ ਜੀਵਨ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਸਕ੍ਰਿਤੀ ਦੇ ਸ਼ਲੋਕਾਂ ਦੇ ਵਿੱਚ ਫਰਮਾਨ ਕਰਦੇ ਨੇ, ਐ ਮਨੁੱਖ ਤੂੰ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੀ ਮੱਤ ਦੇ ਅਨੁਸਾਰ ਚੱਲ, ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਕਿਉਂਕਿ ਸਾਨੂੰ ਦੁਨਿਆਵੀ ਪਦਾਰਥ ਵੀ ਚਾਹੀਦੇ ਨੇ, ਔਰ ਸਾਡੀ ਆਤਮਾ ਦੀ ਕਲਿਆਣਤਾ ਵੀ ਹੋਣੀ ਚਾਹੀਦੀ ਹੈ। ਅੱਜ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਇਸ ਪਾਵਨ ਸਥਾਨ 'ਤੇ ਅੰਮ੍ਰਿਤ ਵੇਲੇ ਦਾ ਫਰਮਾਨ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਆਪਾਂ ਚਾਹੁੰਦੇ ਹਾਂ ਸਾਡੇ ਕਾਰਜ ਲੋਕ ਪਰਲੋਕ ਦੇ ਸੁਹੇਲੇ ਹੋਣ, ਤਾਂ ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਤੇ ਗੁਰੂ ਦੀ ਮੱਤ ਦਾ ਧਾਰਨੀ ਹੋ। ਸਤਿਗੁਰੂ ਜੀ ਦੇ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਬਚਨ ਪੜ੍ਹਦੇ ਹਾਂ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਦੇ ਵਿੱਚ ਜੋ ਬਖਸ਼ਿਸ਼ ਕਰਦੇ ਨੇ, ਪਾਛੰ ਕ੍ਰੋਧ ਅਗਰਣੀ ਬਣੈ, ਨਿਰਾਸੰਗ ਆਸ ਪੂਰਨੈ। ਮਨੁੱਖ ਹਰ ਇੱਕ ਪਾਸੇ ਤੋਂ, ਹਰ ਇੱਕ ਪੱਖ ਤੋਂ ਪਿੱਛੇ ਰਹਿ ਚੁੱਕਾ ਹੈ। ਹਰ ਇੱਕ ਪੱਖ ਤੋਂ ਦੁਨੀਆ ਵਿੱਚ ਉਹ ਪਛੜ ਗਿਆ ਤੇ ਉਹ ਚਾਹੁੰਦਾ ਹੈ ਮੈਂ ਦੁਨੀਆ ਵਿੱਚ ਅੱਗੇ ਆਵਾਂ, ਦੁਨੀਆ ਦੇ ਵਿੱਚ ਮੇਰੀ ਤਰੱਕੀ ਹੋਵੇ, ਦੁਨੀਆ ਦੇ ਵਿੱਚ ਮੈਂ ਕਾਮਯਾਬ ਹੋਵਾਂ। ਸਤਿਗੁਰੂ ਪਾਤਸ਼ਾਹ ਜੀ ਉੱਥੇ ਬਖਸ਼ਿਸ਼ ਕਰਦੇ ਨੇ, ਪਾਛੰ ਕ੍ਰੋਧ ਅਗਰਣੀ ਬਣੈ, ਪਿੱਛੇ ਰਹਿ ਚੁੱਕਾ ਹੈ, ਘਬਰਾ ਨਾ। ਤੈਨੂੰ ਇੱਕ ਤਰੀਕਾ ਮਹਾਰਾਜ ਕਹਿੰਦੇ ਦੱਸ ਦਿੰਦੇ ਹਾਂ ਕਿ ਤੂੰ ਸਭ ਤੋਂ ਅੱਗੇ ਹੋ ਜਾਵੇਂਗਾ। ਵਾਹਿਗੁਰੂ ਦਾ ਨਾਮ ਜਪ, ਪਰਮੇਸ਼ਵਰ ਦੇ ਨਾਮ ਨੂੰ ਜਪ, ਨਾਮ ਧਨ ਨੂੰ ਇਕੱਤਰ ਕਰ।
पाशं क्रोध अगरणी वणै निरासंग आस पूर्णै निर्धन भयंग धनवंतै रोगियंग रोग खंडनै भगत्यंग भगत दान राम नाम गुण कीर्तनै पार ब्रह्म पुरख दातारै नानक गुर सेवा किंग ना लभ्यते। गुरु दी सेवा क्योंकि जिहड़ा नाम है ਇਹ ਨਾਮ ਦੀ ਦੌਲਤ ਨਾਮ ਦੀ ਜਿਹੜੀ ਖੁਰਾਕ ਹੈ ਸਾਨੂੰ ਸੱਚੇ ਗੁਰੂ ਦੇ ਕੋਲੋਂ ਮਿਲਣੀ ਹੈ। ਤੇ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੀ ਸੇਵਾ ਕਰ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛੀਏ ਪਾਤਸ਼ਾਹ ਗੁਰੂ ਦੀ ਸੇਵਾ ਕਿੰਨੇ ਪ੍ਰਕਾਰ ਦੀ ਹੈ? ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੀ ਸੇਵਾ 3 ਤਰ੍ਹਾਂ ਦੀ ਹੈ। 3 ਤਰ੍ਹਾਂ ਦੀ ਸੇਵਾ ਹੈ। ਉਹ ਸੇਵਾ ਤਿੰਨੇ ਰੂਪਾਂ ਵਿੱਚ ਮੁਕੰਮਲ ਹੋਵੇਗੀ, ਫਿਰ ਗੁਰੂ ਕੋਲੋਂ ਬਖਸ਼ਿਸ਼ਾਂ ਮਿਲਦੀਆਂ ਹਨ। ਸਤਿਗੁਰੂ ਜੀ ਦੇ ਬਚਨ ਹਨ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਤਨ ਕਰਕੇ ਗੁਰੂ ਦਾ ਹੋ ਜਾ, ਤਨ ਕਰਕੇ ਗੁਰੂ ਦੀ ਸੇਵਾ। ਪ੍ਰਥਮ ਸਭ ਤੋਂ ਤਨ ਨੂੰ ਮਹਾਰਾਜ ਜੀ ਨੇ ਉੱਥੇ ਪਹਿਲ ਦਿੱਤੀ ਹੈ। ਜਿਵੇਂ ਆਪਾਂ ਗੁਰੂ ਦਰਬਾਰ ਦੇ ਵਿੱਚ ਆਏ ਹਾਂ, ਸੰਗਤਾਂ ਜੋੜਾ ਘਰ ਦੇ ਵਿੱਚ ਜੋੜੇ ਸੇਵਾ ਕਰ ਰਹੀਆਂ ਹਨ। ਕੋਈ ਲੰਗਰ ਘਰ ਦੇ ਵਿੱਚ ਲੰਗਰ ਹਾਲ ਦੇ ਵਿੱਚ ਲੰਗਰ ਵਰਤਾ ਰਹੇ ਨੇ, ਜੂਠੇ ਬਰਤਨ ਮਾਂਜ ਰਹੇ ਨੇ, ਕੋਈ ਜਲ ਦੀ ਸੇਵਾ ਕਰ ਰਹੇ ਨੇ। ਇਸ ਤਰ੍ਹਾਂ ਸੰਗਤਾਂ ਅਨੇਕ ਪ੍ਰਕਾਰ ਦੀ ਸੇਵਾ, ਇਹ ਤਨ ਦੀ ਸੇਵਾ ਹੈ। ਜਿਵੇਂ ਆਪ ਸੰਗਤਾਂ ਬੈਠ ਕੇ ਗੁਰੂ ਦਰਬਾਰ ਦੇ ਵਿੱਚ ਗੁਰੂ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ, ਇਹ ਵੀ ਸੇਵਾ ਦੇ ਵਿੱਚ ਆ ਜਾਂਦਾ ਹੈ। ਕਿਉਂਕਿ ਤਨ ਦੀ ਸੇਵਾ ਦੇ ਬਹੁਤ ਰੂਪ ਹਨ। ਗੁਰਬਾਣੀ ਨੂੰ ਪੜ੍ਹਨਾ ਇਸ ਰਸਨਾ ਦੇ ਨਾਲ ਇਹ ਵੀ ਸੇਵਾ ਹੈ। ਗੁਰਬਾਣੀ ਦੀ ਆਪਾਂ ਸੰਥਿਆ ਕਰਾਣੀ ਇਹ ਵੀ ਸੇਵਾ, ਹੋਰਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਨਾ ਇਹ ਵੀ ਸੇਵਾ ਹੈ। ਬਲਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਲਿਖਦੇ ਨੇ ਕਿ ਜੇਕਰ ਸਿੱਖ ਨੂੰ ਇੱਕ ਸ਼ਬਦ ਤੁਸੀਂ ਸਿਖਾਉਂਦੇ ਹੋ ਤੇ ਮੰਨ ਲਓ ਤੁਸੀਂ 100 ਸੋਨੇ ਦੇ ਮੰਦਰ ਬਣਾ ਕੇ ਦਾਨ ਕਰਤੇ, ਇੱਕ ਪਾਸੇ ਕਿਸੇ ਗੁਰਸਿੱਖ ਨੂੰ ਕਿਸੇ ਨੂੰ ਸ਼ਬਦ ਨਾਲ ਜੋੜਨਾ, ਬਾਣੀ ਨਾਲ ਜੋੜਨਾ, ਇਹਦਾ ਮਹਾਤਮ ਫਿਰ ਵੀ ਵੱਡਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਪੰਚ ਵਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤ, असमेध फल सिख को जिवाए का, जैसे सत मंदिर कंचन के उसार दीने, तैसा पुन सिख को एक शब्द सिखाए का, जैसे 20 बार दर्शन साधु किया काहू, तैसा पुन सिख को पाग चाप सुआए का। गुरसिखां दी सेवा करनी ਇਹਦਾ भी बड़ा ਵੱਡਾ महात्म है। ਸੇਵਾ ਸਰੀਰ ਦੀ ਅਨੇਕ ਤਰ੍ਹਾਂ ਦੀ, ਜਦੋਂ ਆਪਾਂ ਇਸ ਤਰ੍ਹਾਂ ਗੁਰੂ ਘਰ ਵਿੱਚ ਆਪਾਂ ਨੂੰ ਕੋਈ ਵੀ ਸੇਵਾ ਮਿਲਦੀ ਹੈ, ਉਹ ਸਮਰਪਿਤ ਹੋ ਕੇ ਪੂਰੀ ਭਾਵਨਾ ਦੇ ਨਾਲ ਕਰਨੀ ਹੈ। ਦੂਸਰਾ ਹੈ ਮਨ ਦੀ ਸੇਵਾ, ਕਿ ਸਾਡੇ ਮਨ ਵਿੱਚ ਪੂਰੀ ਸ਼ਰਧਾ ਹੋਵੇ ਕਿ ਮੈਂ ਸੇਵਾ ਕਰ ਰਿਹਾ ਹਾਂ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਮਨ ਲਾ ਕੇ ਸੇਵਾ ਕਰਨੀ ਹੈ। ਇਹ ਨਹੀਂ ਵੀ ਚਲੋ ਆਪਾਂ ਆਏ ਹਾਂ ਤੇ ਕੋਈ ਫਰਮੈਲਿਟੀ ਨਹੀਂ, ਕਿਉਂਕਿ ਅੱਜ ਸਾਡੇ ਅੰਦਰ ਮਨ ਜਿਹੜਾ ਬੜਾ ਡਾਵਾਂਡੋਲ ਹੋ ਗਿਆ ਹੈ। ਮਨ ਦੇ ਵਿੱਚ ਸ਼ਰਧਾ ਨਹੀਂ। ਉਹਦਾ ਕਾਰਨ ਸਾਨੂੰ ਇਸ ਤਰ੍ਹਾਂ ਦੇ ਬਚਨ ਸੁਣਨ ਨੂੰ ਮਿਲ ਰਹੇ ਨੇ ਜਿਹੜੇ ਸਾਨੂੰ ਗੁਰੂ ਦੀ ਸੇਵਾ ਤੋਂ ਤੋੜਦੇ ਨੇ, ਜੋ ਸਾਨੂੰ ਅਸ਼ਰਧਕ ਬਣਾਉਂਦੇ ਨੇ। ਅੰਮ੍ਰਿਤ ਵੇਲੇ ਉੱਠਣ ਦਾ ਕੀ ਲੋੜ ਹੈ, ਇਸ਼ਨਾਨ ਕਰਨ ਦੀ ਕੀ ਲੋੜ ਹੈ, ਸੇਵਾ ਕਰਨ ਦੀ ਕੀ ਲੋੜ ਹੈ। ਬਾਣੀਆਂ ਤੇ ਕਿੰਤੂ ਪਰੰਤੂ ਅਨੇਕ ਤਰ੍ਹਾਂ ਕਰਕੇ ਉਹ ਲੋਕ ਸਿੱਖੀ ਤੇ ਵਾਰ ਕਰਦੇ ਨੇ। ਮਨ ਦੇ ਵਿੱਚ ਪੂਰੀ ਸ਼ਰਧਾ ਹੋਵੇ, ਕਿਉਂਕਿ ਮੇਰਾ ਗੁਰੂ ਕਹਿ ਰਿਹਾ ਹੈ। ਆਪਾਂ ਕਿਸੇ ਬੰਦੇ ਦੀ ਗੱਲ ਨਹੀਂ ਮੰਨਣੀ, ਗੁਰੂ ਦੀ ਗੱਲ ਮੰਨਣੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੋਏਗਾ ਕਿ ਮਨ ਚਿੰਦਿਆ ਫਲ ਪਾਵਣਾ, ਹੋਮੈ ਵਿੱਚੋਂ
ਜਾਏ। ਕੋਈ ਵੀ ਤੁਹਾਡੇ ਮਨ ਦੀ ਇੱਛਾ ਹੈ ਉਹ ਕਦੇ ਵੀ ਅਧੂਰੀ ਨਹੀਂ ਰਹਿ ਸਕਦੀ ਜੇਕਰ ਭਾਵਨਾ ਨਾਲ ਤੁਸੀਂ ਸੇਵਾ ਕਰ ਰਹੇ ਹੋ। ਤੀਸਰਾ ਹੈ ਧਨ ਕਰਕੇ ਸੇਵਾ ਕਰਨੀ, ਮਾਇਆ ਕਰਕੇ ਜਥਾ ਜੋਗ ਸੇਵਾ ਕਰਨੀ, ਮਾਇਆ ਨੂੰ ਚੰਗੇ ਪਾਸੇ ਲਾਣਾ। ਪਰ ਮਾਫ ਕਰਨਾ, ਅੱਜ ਆਪਾਂ ਵੇਖਦੇ ਹਾਂ ਕਿ ਜਦੋਂ ਅਖੰਡ ਪਾਠ ਸਾਹਿਬ ਦੀ ਭੇਟਾ ਦੇਣੀ ਹੋਵੇ ਜਾਂ ਕੀਰਤਨ ਦੀ ਭੇਟਾ ਜਾਂ ਲੰਗਰਾਂ ਵਿੱਚ ਸੇਵਾ, ਆਪਾਂ ਹੱਥ ਸੰਕੋਚ ਲੈਂਦੇ ਹਾਂ। ਪਰ ਕਿਤੇ ਸਾਡੇ ਘਰ ਵਿੱਚ ਬੱਚੇ ਦਾ ਵਿਆਹ ਹੈ, ਜਨਮ ਦਿਨ ਦਾ ਫੰਕਸ਼ਨ ਹੈ, ਲੋਕ ਲੱਖਾਂ ਰੁਪਈਏ ਲਾ ਦਿੰਦੇ ਨੇ। ਪਿੱਛੇ ਜੀ ਇੱਕ ਸਰੀਰ ਮਿਲਿਆ, ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਵਿਆਹ ਹੋਇਆ ਸੀ, ਇੱਕ ਕਲਾਕਾਰ ਆਇਆ ਸੀ, ਕਹਿੰਦੇ 7 ਲੱਖ ਰੁਪਇਆ ਉਹਨੂੰ 3 ਘੰਟਿਆਂ ਦਾ ਦਿੱਤਾ ਹੈ। 7 ਲੱਖ ਰੁਪਈਆ। ਤੇ ਪਰ ਵਿਆਹ ਕਿਹਨਾਂ ਦਾ ਸੀ? ਸਰਦਾਰ ਫੈਮਿਲੀ, ਸਿੱਖ ਫੈਮਿਲੀ ਦਾ ਸੀ। ਜਦੋਂ ਸਿੱਖ ਕੀਰਤਨ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਨਾਲ ਜੋੜਨਾ ਹੈ, ਗੁਰਬਾਣੀ ਦਾ ਜਿਹਦੇ ਨਾਲ ਸਾਡਾ ਭਲਾ ਹੋਣਾ ਹੈ, ਸਾਡੇ ਪਰਿਵਾਰ ਦਾ, ਸਾਡੀ ਜਨਰੇਸ਼ਨ ਦਾ ਭਲਾ ਹੋਣਾ ਹੈ, ਸਾਡੇ ਘਰ ਦੀ ਵਾਈਬ੍ਰੇਸ਼ਨ ਚੰਗੀ ਹੋਣੀ ਹੈ, ਉੱਥੇ ਆਪਾਂ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਹਾਂ ਜੀ। ਇੰਨੀ ਭੇਟਾ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ। ਸੌਂਪਣ ਤੋਂ ਭਾਵ ਕੀ ਹੈ? ਗੁਰੂ ਦੀ ਮੱਤ ਦੇ ਅਨੁਸਾਰ ਸਰੀਰ ਨੂੰ ਵਰਤਣਾ ਹੈ, ਗੁਰੂ ਦੀ ਮੱਤ ਦੇ ਅਨੁਸਾਰ। ਇਹ ਸਰੀਰ ਨੂੰ ਗੁਰੂ ਦੀ ਮੱਤ ਦੇ ਅਨੁਸਾਰ ਵਰਤਾਂਗੇ ਤੇ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਾਖਤਾਂ ਦੇ ਗੀਤ ਮੇਰੇ ਕੰਨਾਂ ਵਿੱਚ ਨਾ ਪੈਣ, ਪਰ ਸਾਡਾ ਕੋਈ ਐਸਾ ਪ੍ਰੋਗਰਾਮ ਹੈ ਹੀ ਨਹੀਂ ਜਿਹੜਾ ਸਾਖਤਾਂ ਦੇ ਗੀਤਾਂ ਬਿਨਾਂ ਸੰਪੂਰਨ ਹੁੰਦਾ ਹੋਵੇ। ਅਸੀਂ ਉਹਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਫਿਰ ਅਸੀਂ ਕਿਵੇਂ ਗੁਰੂ ਤੋਂ ਬਖਸ਼ਿਸ਼ਾਂ ਲੈ ਸਕਦੇ ਹਾਂ? ਇਹ ਪੰਚਮ ਪਾਤਸ਼ਾਹ ਜੀ ਦੇ ਬਚਨ ਨੇ। ਮਹਾਰਾਜ ਕਹਿੰਦੇ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ। ਹੇ ਮੇਰੇ ਪ੍ਰਮਾਤਮਾ, ਮੇਰੀ ਇੱਕ ਅਰਦਾਸ ਹੈ ਕਿ ਮੇਰੇ ਕੰਨਾਂ ਦੇ ਵਿੱਚ ਇਹ ਚੀਜ਼ ਨਾ ਪਵੇ। ਸਾਖਤ ਗੀਤ ਨਾਦ ਧੁਨ, ਉਹਨਾਂ ਦੀ ਵੱਜਦੀ ਹੋਈ ਧੁਨ ਵੀ ਕੰਨਾਂ ਵਿੱਚ ਨਹੀਂ ਪੈਣੀ ਚਾਹੀਦੀ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਸ ਕਰਕੇ ਗੁਰਮੁਖੋ, ਆਪਾਂ ਜਦੋਂ ਇਹ 3 ਤਰ੍ਹਾਂ ਦੀ ਸੇਵਾ, ਜਦੋਂ ਆਪਾਂ ਇਸ ਤਰ੍ਹਾਂ ਸਮਰਪਿਤ ਹੋ ਗਏ ਨਾ ਗੁਰੂ ਨੂੰ, ਤੇ ਇਹ ਗਰੰਟੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਪਾਤਸ਼ਾਹ ਕਹਿੰਦੇ ਤੂੰ ਚਿੱਤ ਲਾ ਕੇ ਸੇਵਾ ਕਰੀ, ਮਨ ਚਿੰਦਿਆ ਫਲ ਪਾਏ। ਕੋਈ ਤੇਰੇ ਮਨ ਦੀ ਇੱਛਾ ਅਧੂਰੀ ਨਹੀਂ ਰਹੇਗੀ। ਪਰ ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੀ ਮਰਿਆਦਾ ਦੇ ਅਨੁਸਾਰ ਚੱਲਣਾ ਪਵੇਗਾ। ਇੱਕ ਪਾਸੇ ਆਪਾਂ ਗੁਰੂ ਦੀ ਬਾਣੀ ਵੀ ਪੜ੍ਹਦੇ ਹਾਂ, ਦੂਜੇ ਪਾਸੇ ਆਪਾਂ ਸਾਖਤਾਂ ਦੇ ਗੀਤ ਵੀ ਸੁਣਦੇ ਹਾਂ, ਉਹ ਵੀ ਗੁਣਗੁਣਾਉਂਦੇ ਹਾਂ। ਸਾਡਾ ਕਿਵੇਂ ਭਲਾ ਹੋਵੇਗਾ? ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਖੀਰ ਬਣਾ ਕੇ ਉਹਦੇ ਵਿੱਚ ਸੁਆਹ ਪਾ ਦੇਵੇ, ਉਹਦੇ ਵਿੱਚ ਮਿੱਟੀ ਪਾ ਦੇਵੇ। ਬਾਣੀ ਪੜ੍ਹੀ, ਨਾਮ ਜਪਿਆ ਤੇ ਦੂਜੇ ਪਾਸੇ ਵੀ ਹੋ ਤੁਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੂੰ ਕਿਸੇ ਵੀ ਪੱਖ ਤੋਂ ਪਿੱਛੇ ਰਹਿ ਗਿਆ, ਕਿਸੇ ਵੀ ਪੱਖ ਤੋਂ। ਜਿਵੇਂ ਆਪ ਸੰਗਤਾਂ ਨੇ ਸੁਣਿਆ ਹੋਵੇਗਾ, ਪੜ੍ਹਿਆ ਵੀ ਹੋਵੇਗਾ, ਜੋ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਂ ਹੋਏ ਨੇ ਬਚਪਨ ਦੇ ਵਿੱਚ, ਭਲੇ ਸਮੇਂ ਦੀ ਗੱਲ ਹੈ, ਪਾਕਿਸਤਾਨ ਬਣਨ ਤੋਂ ਪਹਿਲਾਂ ਦੀ, ਕਿ ਉਹ ਬੱਚਾ ਨਲਾਇਕ ਸੀ, ਮੁਸਲਮਾਨਾਂ ਦਾ ਬੱਚਾ ਸੀ, ਪਰ ਉਸ ਸਮੇਂ ਬੜਾ ਪਿਆਰ ਹੁੰਦਾ ਸੀ। ਤੇ ਉਹ ਮਾਸਟਰ ਦੀ ਮਾਰ ਤੋਂ ਡਰਦਾ ਹੋਇਆ ਅੱਜ ਸਕੂਲ ਨਹੀਂ ਗਿਆ ਤੇ ਗੁਰਦੁਆਰੇ ਚਲਾ ਗਿਆ। ਜਿਹੜੇ ਉੱਥੇ ਭਾਈ ਸਾਹਿਬ ਸਨ ਉਹਨਾਂ ਨੇ ਪੁੱਛ ਲਿਆ, ਅਜੂਬਿਆ ਕੀ ਗੱਲ ਸਕੂਲ ਨਹੀਂ ਗਿਆ? ਕਹਿੰਦਾ ਸਕੂਲੋਂ ਮਾਰ ਪੈਂਦੀ ਹੈ, ਇਸ ਕਰਕੇ ਮੈਂ ਸਕੂਲ ਨਹੀਂ ਜਾਣਾ ਹੁਣ। ਤੇ ਇੱਥੇ ਘਰਦਿਆਂ ਤੋਂ ਡਰਦਾ ਹੋਇਆ ਗੁਰਦੁਆਰੇ ਆ ਕੇ ਬੈਠ ਜਾਣਾ। ਉਹਨਾਂ ਨੇ ਕਿਹਾ ਆ ਜਾ ਫਿਰ ਤੈਨੂੰ ਇੱਕ ਐਸੀ ਬਖਸ਼ਿਸ਼ ਗੁਰੂ ਦੀ ਦੇਣੇ ਆ, ਦਾਤ, ਕਿ ਤੈਨੂੰ ਡਰਨ ਦੀ ਲੋੜ ਨਹੀਂ, ਜੋ ਚਾਹਵੇਂਗਾ ਉਹ ਮਿਲ ਜਾਵੇਗਾ। ਉਹ ਬੱਚਾ ਆਇਆ ਤੇ ਉਹ ਭਾਈ ਸਾਹਿਬ ਨੇ ਉਹਨਾਂ ਨੂੰ ਮੂਲ ਮੰਤਰ ਲਿਖ ਕੇ ਦੇ ਦਿੱਤਾ। ਕਹਿੰਦੇ ਇਹਦਾ ਜਾਪ ਕਰਿਆ ਕਰ, ਭਾਵਨਾ ਨਾਲ ਜਾਪ ਕਰੀ, ਵੇਖੀ ਤੇਰੇ ਤੇ ਬਖਸ਼ਿਸ਼ ਹੁੰਦੀ। ਕਹਿੰਦੇ ਉਹ ਬੱਚਾ ਜਾਪ ਕਰਨ ਲੱਗ ਪਿਆ। ਜਿਵੇਂ ਜਿਵੇਂ ਜਾਪ ਕਰਦਾ ਸਕੂਲ ਜਾਂਦਾ ਹੈ ਤੇ ਉਹ ਕਲਾ ਵਰਤੀ, ਕਿਉਂਕਿ ਸ਼ਰਧਾ ਭਾਵਨਾ ਪੂਰੀ ਚਾਹੀਦੀ ਹੈ। ਜਦੋਂ ਆਪਾਂ ਬਾਣੀ ਪੜ੍ਹਨੀ ਹੈ, ਹੁਣ ਜਿਵੇਂ ਆਪਾਂ ਇੱਥੇ ਆਏ ਹਾਂ ਨਾ,
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਣਾ ਤੇ ਪੂਰੀ ਸ਼ਰਧਾ ਨਾਲ ਟੇਕੀ, ਇਹਦਾ ਵੀ ਬੜਾ ਵੱਡਾ ਪੁੰਨ ਹੈ। ਗੁਰੂ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਏ, ਪੂਰਬ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਜਦੋਂ ਡੰਡੌਤ ਕਰਨੀ ਹੈ, ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ, ਬੜਾ ਵੱਡਾ ਪੁੰਨ ਹੈ। ਪਰ ਕਦੋਂ ਪੁੰਨ ਬਣਦਾ? ਜਦੋਂ ਆਪਾਂ ਸ਼ਰਧਾ ਨਾਲ ਝੁਕ ਜਾਂਦੇ ਹਾਂ, ਭਾਵਨਾ ਦੇ ਨਾਲ ਝੁਕ ਜਾਂਦੇ ਹਾਂ ਗੁਰੂ ਦੇ ਚਰਨਾਂ ਵਿੱਚ। ਤਾਂ ਉਹੀ ਅਯੂਬ ਖਾਂ ਫਿਰ ਦੇਖੋ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ। ਕੁਝ ਸਰੀਰ ਉਹਨਾਂ ਨੂੰ ਮਿਲਣਗੇ ਅਤੇ ਜਦੋਂ ਉਹਨਾਂ ਨੇ ਉਹਦੇ ਦਫ਼ਤਰ ਦੇ ਵਿੱਚ ਲਿਖਿਆ ਹੋਇਆ ਮੂਲ ਮੰਤਰ ਦੇਖਿਆ ਅਤੇ ਪੁੱਛਿਆ ਸੀ, ਉਹਨੇ ਸਾਰੀ ਆਪਣੇ ਬਚਪਨ ਦੀ ਵਿਥਿਆ ਦੱਸੀ ਕਿ ਅੱਜ ਮੈਂ ਜੋ ਕੁਝ ਵੀ ਹਾਂ ਇਸ ਮੂਲ ਮੰਤਰ ਦੀ ਬਦੌਲਤ ਹਾਂ। ਪਾਸ਼ੰ ਕ੍ਰੋਧ ਅਗਰਣੀ ਬਣੈ, ਪਿੱਛੇ ਰਹਿ ਗਏ, ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਤੈਨੂੰ ਅੱਗੇ ਕਰੇਗਾ। ਪਾਸ਼ੰ ਕ੍ਰੋਧ ਅਗਰਣੀ ਬਣੈ, ਨਿਰਾਸੰਗ ਆਸ ਪੂਰਨੈ। ਹਰ ਇੱਕ ਪੱਖ ਤੋਂ ਨਿਰਾਸ਼ ਹੋ ਚੁੱਕਿਆ, ਕੋਈ ਆਸਾ ਪੂਰੀ ਨਹੀਂ ਹੋ ਰਹੀ। ਮਹਾਰਾਜ ਕਹਿੰਦੇ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਹੋਣਗੀਆਂ, ਕੋਈ ਵੀ ਆਸ ਅਧੂਰੀ ਨਹੀਂ ਰਹੇਗੀ। ਤੇ ਪਾਤਸ਼ਾਹ ਕਹਿੰਦੇ ਨਿਰਾਸੰਗ ਆਸ ਪੂਰਨ ਹੈ, ਨਿਰਧਨ ਵਿਅੰਗ ਧਨਵੰਤ ਹੈ। ਕੰਗਾਲ ਹੈ, ਧਨ ਨਹੀਂ ਹੈ, ਪੈਸਾ ਕੋਲ ਕਦੇ ਜੁੜਦਾ ਨਹੀਂ ਹੈ। ਮਹਾਰਾਜ ਕਹਿੰਦੇ ਜੁੜੇਗਾ ਧਨ, ਬਹੁਤ ਧਨ ਆਵੇਗਾ, ਧਨਵਾਨ ਹੋ ਜਾਵੇਗਾ। ਰੋਗੀਆਂ ਰੋਗ ਖੰਡਣਾ, ਕੋਈ ਐਸੀ ਬਿਮਾਰੀ ਲੱਗ ਗਈ, ਕੋਈ ਐਸਾ ਰੋਗ ਲੱਗ ਗਿਆ, ਠੀਕ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਜਾ। ਗੁਰੂ ਐਸਾ ਹੈ ਜਨਮ ਜਨਮ ਕੇ ਦੁਖ ਨਿਵਾਰੈ, ਸੁੱਕਾ ਮਨ ਸਾਧਾਰੈ। ਜਨਮਾਂ ਜਨਮਾਂ ਦੇ, ਇਸ ਜਨਮ ਦੇ ਤਾਂ ਕੀ ਗੱਲ, ਮਹਾਰਾਜ ਕਹਿੰਦੇ ਕਈ ਜਨਮਾਂ ਦੇ ਜਿਹੜੇ ਖੂਨ ਵਿੱਚ ਚੱਲੇ ਆ ਰਹੇ ਸੀ, ਜੋ ਸਾਡੇ ਬਲੱਡ ਵਿੱਚ ਹੁੰਦੇ ਨੇ, ਜੋ ਸਾਡੇ ਬਜ਼ੁਰਗਾਂ ਨੂੰ ਕੋਈ ਬਿਮਾਰੀ ਕੋਈ ਤਕਲੀਫ ਸੀ ਉਹ ਚੱਲੀ ਆ ਰਹੀ ਸੀ। ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਵਿੱਚ, ਵਾਹਿਗੁਰੂ ਦੇ ਨਾਮ ਦੇ ਵਿੱਚ, ਬਾਣੀ ਦੇ ਵਿੱਚ ਉਹ ਤਾਕਤ ਹੈ। ਜਨਮਾਂ ਜਨਮਾਂ ਦੀ ਜਿਹੜੀ ਬਿਮਾਰੀ ਚੱਲੀ ਆ ਰਹੀ ਸੀ ਉਹਦੀ ਵੀ ਨਿਵਰਤੀ ਹੋ ਜਾਂਦੀ ਹੈ, ਉਹਦਾ ਵੀ ਨਾਸ ਹੋ ਜਾਂਦਾ ਹੈ। ਭਾਵੇਂ ਦੁਨੀਆ ਦੇ ਵਿੱਚ ਅੱਜ ਬੜੇ ਸਪੈਸ਼ਲਿਸਟ ਡਾਕਟਰ ਹਨ ਹਰ ਇੱਕ ਬਿਮਾਰੀ ਦੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇੱਕ ਫੈਸਲਾ ਦਿੱਤਾ ਹੈ, ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਨਹੀਂ ਤੇ ਡਾਕਟਰ ਵੀ ਕੀ ਕਹਿ ਦਿੰਦੇ ਨੇ, ਬਈ ਘਰ ਲੈ ਜਾਓ, ਸੇਵਾ ਕਰ ਲਓ, ਸਾਡੇ ਹੱਥ ਖੜੇ ਨੇ। ਪਰ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਜਨਮਾਂ ਜਨਮਾਂ ਦੇ ਦੁੱਖਾਂ ਨੂੰ, ਰੋਗਾਂ ਨੂੰ ਖਤਮ ਕਰ ਦਿੰਦਾ ਹੈ। ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਨਕ ਜੈਸਿਗ ਪਾਵ ਕਾਸ਼ਟ ਭਸਮੰ ਕਰੋਤ। ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਜਨਮਾਂ ਜਨਮਾਂ ਦੇ ਦੁੱਖ ਰੋਗ ਖਤਮ ਹੋ ਜਾਂਦੇ ਨੇ, ਕਿਵੇਂ ਖਤਮ ਹੁੰਦੇ ਨੇ? ਮਹਾਰਾਜ ਕਹਿੰਦੇ ਜਿਵੇਂ ਕਰੋੜਾਂ ਮਨ ਲੱਕੜ ਇਕੱਠੀ ਕਰ ਲਓ, ਕਰੋੜਾਂ ਮਨ ਲੱਕੜ ਨੂੰ ਸਾੜਨ ਵਾਸਤੇ ਕਰੋੜਾਂ ਮਨ ਅੱਗ ਦੀ ਲੋੜ ਨਹੀਂ ਹੈ। ਤੁਸੀਂ ਭਾਵਨਾ ਨਾਲ ਥੋੜ੍ਹਾ ਜਿਹਾ ਸਮਾਂ ਵੀ ਨੇਮ ਬਣਾ ਲਓ ਰੋਜ਼ ਦਾ, ਗੁਰੂ 'ਤੇ ਸ਼ਰਧਾ ਰੱਖ ਕੇ ਚੱਲੋਗੇ। ਜਿਵੇਂ ਮਹਾਰਾਜ ਕਹਿੰਦੇ ਕਰੋੜਾਂ ਮਣ ਲੱਕੜ ਇਕੱਠੀ ਹੋਵੇ, ਉਹਨੂੰ ਥੋੜ੍ਹੀ ਜਿਹੀ ਅੱਗ ਲੱਗ ਜਾਵੇ ਸੀ ਇੱਕ ਵਾਰੀ, ਕਰੋੜਾਂ ਮਣ ਲੱਕੜਾਂ ਨੂੰ ਸਾੜ ਕੇ ਉਹ ਸੁਆਹ ਕਰ ਦਿੰਦੀ ਹੈ। ਈਦਣ ਕੀਤੋ ਮੂੰਹ ਘਣਾ ਭੋਰੀ ਜਿਤਿਮ ਭਾਏ, ਭੋਰਾ ਜਿੰਨੀ ਅੱਗ ਦੇ ਦਿੱਤੀ, ਸਾੜ ਕੇ ਸਾਰੀਆਂ ਲੱਕੜਾਂ ਨੂੰ, ਕਰੋੜਾਂ ਮਨ ਬਲ ਨੂੰ ਸੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਜਨਮਾਂ ਜਨਮਾਂ ਦੇ ਪਤਾ ਨਹੀਂ ਕਿੰਨੇ ਕੁ ਦੁੱਖ ਰੋਗ ਚਿੰਬੜੇ ਹੋਏ ਸੀ, ਉਹ ਸਾਰੇ ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਾਵਕ ਨਾਮ ਅੱਗ ਦਾ ਹੈ, ਕਾਸ਼ਟ ਨਾਮ ਲੱਕੜ ਦਾ ਹੈ। ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ, ਗੁਰੂ ਅਰਜਨ ਦੇਵ ਜੀ ਕਹਿੰਦੇ ਘੋਰ ਦੁਖਿਅੰ ਅਨਕ ਹਤਿਅੰ ਪਾਛੰ ਕਰੋਤ ਅਗਰਣੀ ਬਣੈ, ਨਿਰਾਸੰਗ ਆਸ ਪੂਰਣੈ, ਨਿਰਧਨ ਵਿਅੰ ਧਨਵੰਤੈ, ਰੋਗੀਅੰ ਰੋਗ ਖੰਡਣੈ, ਭਗਤਿਅੰ ਭਗਤ ਦਾਨੰਗ।
ਤੇ ਜੇ ਕੋਈ ਚਾਹੁੰਦਾ ਮੈਂ ਭਗਤੀ ਕਰਾਂ ਰੱਬ ਦੀ, ਕਿਉਂਕਿ ਆਪਾਂ ਹੁਣ ਸਾਰੇ ਬੈਠੇ ਹਾਂ ਗੁਰੂ ਚਰਨਾਂ ਵਿੱਚ, ਸਾਰਿਆਂ ਦੀ ਵੱਖੋ ਵੱਖਰੀ ਡਿਮਾਂਡ ਹੈ, ਵੱਖੋ ਵੱਖਰੀ ਮੰਗ ਹੈ। ਕੋਈ ਚਾਹੁੰਦਾ ਮੈਂ ਰੱਬ ਦੀ ਭਗਤੀ ਕਰਾਂ। ਭਗਤਿਅੰਗ ਭਗਤ ਦਾਨਗ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ। ਵਾਹਿਗੁਰੂ ਦੇ ਨਾਮ ਵਿੱਚ ਸਾਰਾ ਕੁਝ ਹੈ, ਪਰ ਉਹ ਮਿਲੇਗਾ ਕਿਵੇਂ? ਨਾਨਕ ਗੁਰ ਸੇਵਾ ਕਿੰਗ ਨਾ ਲੱਭੇ, ਅਤੇ ਮਿਲੇਗਾ ਗੁਰੂ ਦੀ ਸ਼ਰਨ ਵਿੱਚ ਆ ਕੇ। ਸਾਰੀਆਂ ਦਾਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਨੇ, ਪਰ ਉਹਨਾਂ ਨੂੰ ਲੈਣ ਦੀ ਮਰਿਆਦਾ ਹੈ, ਉਹ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਜਿਵੇਂ ਦੇਖੋ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਜੱਜ ਬਣਨਾ ਚਾਹੁੰਦਾ ਹੈ, ਕੋਈ ਲਾਇਰ ਬਣਨਾ ਚਾਹੁੰਦਾ ਹੈ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਹੈ, ਉਹਨੂੰ ਕਿੱਥੇ ਜਾਣਾ ਪਵੇਗਾ? ਸਕੂਲ ਵਿੱਚ ਜਾਣਾ ਪਵੇਗਾ, ਮਰਿਆਦਾ ਵਿੱਚ ਆਉਣਾ ਪਵੇਗਾ। ਸਕੂਲ ਦੀ ਮਰਿਆਦਾ, ਭਾਵੇਂ ਕੋਈ ਬਾਦਸ਼ਾਹ ਦਾ ਵੀ ਬੱਚਾ ਹੈ, ਉਹਨੂੰ ਵੀ ਉਸ ਮਰਿਆਦਾ ਦੇ ਵਿੱਚ ਚੱਲਣਾ ਪਵੇਗਾ, ਵਰਨਾ ਉਹ ਵੀ ਇਸ ਦਾਤ ਤੋਂ ਖਾਲੀ ਰਹੇ। ਜੋ ਕੁਝ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਸਕੂਲ ਦੇ ਵਿੱਚ, ਕਾਲਜ ਵਿੱਚ, ਯੂਨੀਵਰਸਿਟੀ ਵਿੱਚ ਜਾਣਾ ਪਵੇਗਾ, ਉੱਥੋਂ ਦੀ ਮਰਿਆਦਾ ਨੂੰ ਫੋਲੋ ਕਰਨਾ ਪਏਗਾ। ਜਦੋਂ ਉੱਥੇ ਰਹਿ ਕੇ ਉਹ ਵਿੱਦਿਆ ਪੜ੍ਹੇਗਾ, ਫਿਰ ਉਹ ਜੋ ਵੀ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਲਾਇਰ ਬਣਨਾ ਚਾਹੁੰਦਾ, ਕੋਈ ਜੱਜ ਬਣਨਾ ਚਾਹੁੰਦਾ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਹੈ, ਵਿੱਦਿਆ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ ਹੈ, ਪਰ ਉਹ ਵਿੱਦਿਆ ਦੀ ਮਰਿਆਦਾ ਹੈ। ਗੁਰਮੁਖੋ, ਵਿੱਦਿਆ ਲੈਣ ਵਾਸਤੇ ਸਾਨੂੰ ਇੱਕ ਬੱਚਾ ਸਕੂਲ ਵਿੱਚ ਕਮ ਸੇ ਕਮ 5-7 ਘੰਟੇ ਰੋਜ਼ ਸਕੂਲ ਜਾਂਦਾ ਹੈ, ਤੇ ਫਿਰ ਜਾ ਕੇ 15-20 ਸਾਲਾਂ ਬਾਅਦ ਉਹ ਕੁਝ ਬਣਦਾ ਹੈ। ਇੱਥੇ ਤੇ ਮਹਾਰਾਜ ਕਹਿੰਦੇ ਤੂੰ ਭਾਵਨਾ ਰੱਖੀ, ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਅੱਜ ਹੀ ਉਹ ਤੈਨੂੰ ਦਾਤ ਮਿਲ ਸਕਦੀ ਜੇਕਰ ਤੇਰਾ ਮਨ ਇਕਾਗਰ ਹੋ ਜਾਵੇ। ਇਹ ਰੋਜ਼ ਰੋਜ਼ ਆਪਾਂ ਸੰਗਤ ਕਰਨੀ, ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਇਹਦਾ ਭਾਵ ਕਿ ਕਿਤੇ ਸਾਡਾ ਮਨ ਇਕਾਗਰ ਹੋ ਜਾਵੇ, ਤੇ ਜਦੋਂ ਆਪਾਂ ਗੁਰੂ ਦੀ ਮੱਤ ਦੇ ਅਨੁਸਾਰ ਚੱਲਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਉਂਦੇ ਬਹੁਤ ਹਨ, ਆਉਂਦੇ ਬਹੁਤ ਨੇ, ਪਰ ਮੰਨਣ ਵਾਲੇ ਘੱਟ ਨੇ। ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ, ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਉਂਦੇ ਬਹੁਤ ਨੇ ਮਹਾਰਾਜ ਕਹਿੰਦੇ, ਗਾਉਂਦੇ ਵੀ ਬਹੁਤ ਨੇ। ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਗਾਉਂਦੇ ਬਹੁਤ ਨੇ, ਪੜ੍ਹਦੇ ਬਹੁਤ ਨੇ, ਆਉਂਦੇ ਵੀ ਬਹੁਤ ਨੇ, ਪਰ ਮਹਾਰਾਜ ਕਹਿੰਦੇ ਉਹਨਾਂ ਨੂੰ ਦਾਤ, ਉਹ ਰਹਿਮਤਾਂ ਓਨੀਆਂ ਨਹੀਂ ਮਿਲਣੀ ਜੋ ਮਿਲਣਾ ਚਾਹੀਦਾ ਸੀ, ਕਾਰਨ ਗੁਰੂ ਦੀ ਆਗਿਆ ਨਹੀਂ ਮੰਨੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਸਤ ਕਰਕੇ ਮੰਨ ਲਈ, ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਵਿੱਚ, ਉਹਨਾਂ ਦੇ ਜੀਵਨ ਕਾਲ ਵਿੱਚ ਹੀ ਆਪਾਂ ਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਸੰਗ ਪੜ੍ਹਨ ਨੂੰ ਮਿਲ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਪ੍ਰਸੰਗ ਭਾਈ ਆਦਮ, ਜੋ ਬਠਿੰਡੇ ਦੇ ਇਲਾਕੇ ਦੇ ਵਿੱਚ ਭਾਈ ਭਗਤ ਦਾ ਇਲਾਕਾ ਹੈ ਨਾ, ਜੋ ਨਗਰ ਹੈ, ਉਹ ਭਾਈ ਆਦਮ ਭਾਈ ਭਗਤੂ ਜੀ ਦੇ ਪਿਤਾ ਜੀ। ਜ਼ਮੀਨ ਜਾਇਦਾਦ ਬਹੁਤ, ਪਰ ਘਰ ਦੇ ਵਿੱਚ ਸੰਤਾਨ ਨਹੀਂ। ਬੜੇ ਨਿਰਾਸ਼, ਬੜਾ ਕੁਝ ਕਰਕੇ ਵੇਖ ਲਿਆ, ਪਰ ਕਿਤੋਂ ਵੀ ਦਾਤ ਨਹੀਂ ਮਿਲੀ, ਸੰਤਾਨ ਦੀ ਉਹ ਦੌਲਤ ਨਹੀਂ ਮਿਲੀ ਜੋ ਹਰ ਇੱਕ ਗ੍ਰਸਤੀ ਚਾਹੁੰਦਾ ਹੈ। ਤੇ ਕੋਈ ਗੁਰਸਿੱਖ ਮਿਲ ਗਿਆ, ਉਸ ਗੁਰਸਿੱਖ ਨੇ ਕਿਹਾ ਨਿਰਾਸ਼ ਨਾ ਹੋ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਨਾ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਤੈਨੂੰ ਸਾਰਾ ਕੁਝ ਹੀ ਮਿਲ ਸਕਦਾ ਹੈ, ਪਰ ਗੁਰੂ ਦੀ ਮੱਤ ਦੇ ਅਨੁਸਾਰ ਚੱਲਣਾ ਪਵੇਗਾ, ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਤੇ ਉਹ ਗੁਰਸਿੱਖ ਨੇ ਕਿਹਾ ਜਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ। ਭਾਈ ਆਦਮ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆ ਗਿਆ, ਭਾਵੇਂ ਉਮਰ 60 ਸਾਲ ਦੀ ਦੱਸੀ ਜਾਂਦੀ, ਇਹਨਾਂ ਦੀ ਵੀ ਉਸ ਸਮੇਂ ਇੰਨੀ ਉਮਰ ਹੋ ਚੁੱਕੀ ਸੀ। ਆ ਕੇ ਸੇਵਾ ਦੇ ਵਿੱਚ ਜੁਟ ਗਏ, ਨਾਮ ਜਪਦੇ ਨੇ। ਤੇ ਹੁਣ ਜਿਵੇਂ ਜਿਵੇਂ ਸੰਗਤ ਵਿੱਚ ਹਰ ਸਮੇਂ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਮਨ ਨੂੰ ਕੁਝ ਸੰਤੋਖ ਆ ਗਿਆ, ਮਨ ਨੂੰ ਕੁਝ ਸਕੂਨ ਮਿਲਿਆ ਹੈ। ਐਸਾ ਸਮਾਂ ਆਇਆ, ਗੁਰੂ ਪਾਤਸ਼ਾਹ ਜੀ ਉਹ ਸਭ ਕਲਾ ਆਪ ਹੀ ਵਰਤਾਉਂਦੇ ਨੇ, ਸਮਾਂ ਬਣਾਤਾ ਉਹਨਾਂ ਦੀ ਇੱਛਾ ਪੂਰੀ ਕਰਨ ਦਾ।
ਇੱਕ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਗਏ ਨੇ, ਵਾਪਸ ਆਏ, ਮੀਂਹ ਪਿਆ, ਸਿਆਲ ਦੀ ਰੁੱਤ ਸੀ, ਠੰਡ ਵੱਧ ਗਈ ਤੇ ਭਾਈ ਆਦਮ ਜੋ ਖਾਸ ਕਰਕੇ ਸੇਵਾ ਤੇ ਸਾਰੀ ਕਰਦੇ ਸੀ, ਪਰ ਇੱਕ ਸੇਵਾ ਇਹ ਖਾਸ ਕਰਕੇ ਕਰਦੇ ਸੀ ਵੀ ਜੰਗਲ ਵਿੱਚ ਜਾਣਾ, ਸੁੱਕਾ ਬਾਲਣ ਲੈ ਕੇ ਆਉਣਾ, ਇੱਕ ਬਾਲਣ ਜਮ੍ਹਾਂ ਰੱਖਣਾ, ਬਾਕੀ ਇਹਨੇ ਲੰਗਰ ਦੇ ਵਿੱਚ ਸੇਵਾ ਕਰਨੀ। ਅੱਜ ਜਦੋਂ ਬਹੁਤ ਸਰਦੀ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਸੰਗਤਾਂ ਦੀ ਸੇਵਾ ਕਰੋ, ਅੰਗੀਠੇ ਬਾਲੋ। ਭਾਈ ਆਦਮ ਨੇ ਉਹ ਜਿੰਨਾ ਬਾਲਣ ਇਕੱਠਾ ਕੀਤਾ ਸੀ, ਇਹਨੇ ਅਤੇ ਇਹਦੇ ਘਰ ਵਾਲੀ ਨੇ ਸਾਰੀ ਰਾਤ ਸੇਵਾ ਕੀਤੀ ਤੇ ਸਵੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਸੰਗਤਾਂ ਜਾ ਕੇ ਦੱਸਦੀਆਂ ਨੇ, ਪਾਤਸ਼ਾਹ ਤੁਹਾਡੇ ਜਿਹੜੇ ਬਜ਼ੁਰਗ ਸਿੱਖ ਨੇ ਭਾਈ ਆਦਮ, ਉਹਨਾਂ ਨੇ ਬੜੀ ਸੇਵਾ ਰਾਤ ਕੀਤੀ, ਸਾਰੀ ਰਾਤ ਸੇਵਾ ਵਿੱਚ ਲੱਗੇ ਰਹੇ ਨੇ। ਗੁਰੂ ਪਾਤਸ਼ਾਹ ਜੀ ਨੇ ਭਾਈ ਆਦਮ ਨੂੰ ਕੋਲ ਸੱਦਿਆ ਤੇ ਪੁੱਛਿਆ, ਭਾਈ ਆਦਮ ਦੱਸ ਕਾਹਦੇ ਵਾਸਤੇ ਸੇਵਾ ਕਰ ਰਹੇ ਹੈ? ਗੁਰੂ ਜਾਣੀ ਜਾਣਨੇ, ਪਰ ਫਿਰ ਵੀ ਪੁੱਛਦੇ ਨੇ ਸਿੱਖ ਦੀ ਕੀ ਮਨਸ਼ਾ ਹੈ। ਭਾਈ ਆਦਮ ਸ਼ਰਮਾ ਗਏ, ਕਿਉਂਕਿ ਬਜ਼ੁਰਗ ਅਵਸਥਾ, 60 ਸਾਲ ਦੀ ਉਮਰ ਤੇ ਸਾਧ ਸੰਗਤ ਉਸ ਸਮੇਂ। ਮਹਾਰਾਜ ਕਹਿੰਦੇ ਜਾ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆਈ। ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆਇਆ ਤੇ ਫਿਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਏ ਤਾਂ ਪੁੱਤਰ ਦੀ ਦਾਤ ਵਾਸਤੇ ਸੀ, ਪਰ ਹੁਣ ਸਾਡੀ ਉਮਰ ਹੋ ਚੁੱਕੀ ਬਹੁਤ, ਸਾਨੂੰ ਨਹੀਂ ਲੱਗਦਾ ਇਹ ਇੱਛਾ ਪੂਰੀ ਹੋ ਸਕਦੀ। ਮਹਾਰਾਜ ਕਹਿੰਦੇ ਭਾਈ ਨਹੀਂ, ਗੁਰੂ ਨਾਨਕ ਦੀ ਸੰਗਤ ਤੁਹਾਡੇ ਤੇ ਪ੍ਰਸੰਨ ਹੈ। ਇੱਕ ਇਹ ਵੀ ਬੇਨਤੀ ਹੈ, ਆਪਾਂ ਸੇਵਾ ਕਰਦੇ ਹਾਂ, ਕਈ ਵਾਰ ਐਸਾ ਹੁੰਦਾ ਹੈ ਕਿ ਲੜ ਪੈਂਦੇ ਹਾਂ, ਲੰਗਰ ਵਿੱਚ ਵੀ ਖੜਕਾ ਹੋ ਜਾਂਦਾ ਹੈ। ਕਈ ਥਾਂ 'ਤੇ ਸੇਵਾ ਕਰਦੇ ਹਾਂ, ਸੇਵਾ ਕਰਨੀ ਆਪਾਂ ਗੁਰੂ ਦੀ ਖੁਸ਼ੀ ਲੈਣ ਵਾਸਤੇ, ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਸੇਵਾ ਕਰਨੀ ਹੈ। ਜੇ ਆਪਾਂ ਨੂੰ ਕੋਈ ਹੋਰ ਉੱਥੇ ਸੇਵਾ ਕਰਨਾ ਚਾਹੁੰਦਾ, ਭਾਈ ਕਰ ਲੈ, ਮੈਂ ਹੋਰ ਕੋਈ ਸੇਵਾ ਕਰ ਲੈਣਾ। ਜੇ ਆਪਾਂ ਸੇਵਾ 'ਤੇ ਕਬਜ਼ਾ ਕਰ ਲਿਆ ਨਾ ਵੀ ਮੈਂ ਇੱਥੇ ਰੋਜ਼ ਹੀ ਕਰਨਾ ਹਾਂ, ਫਿਰ ਆਪਾਂ ਕਬਜ਼ੇ ਵਾਲੇ ਹੋ ਗਏ, ਫਿਰ ਸੇਵਾ ਵਾਲੇ ਨਹੀਂ ਰਹੇ। ਸੇਵਾ ਆਪਾਂ ਕਰਨੀ ਜਿੱਥੇ ਵੀ ਮਿਲ ਗਈ, ਜਿਹੜੀ ਸੇਵਾ ਗੁਰੂ ਦਾ ਹੁਕਮ ਹੈ। ਇੱਕ ਸੇਵਕ ਗੁਰਪਾਸ, ਇੱਕ ਗੁਰ ਕਾਰਾਂ ਲਾਈ ਹੈ, ਜਿਹੜੇ ਪਾਸੇ ਮਰਜ਼ੀ ਲਾ ਦੇਵੇ, ਆਪਾਂ ਤੇ ਗੁਰੂ ਦੀ ਸੇਵਾ ਸਮਝ ਕੇ ਕਰਨੀ ਹੈ। ਤਾਂ ਉਸ ਸਮੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿੰਦੇ ਸੰਗਤ ਤੁਹਾਡੇ ਤੇ ਬੜੀ ਖੁਸ਼ ਹੈ, ਜਾਓ ਤੁਹਾਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਇਹ ਦਾਤ ਮਿਲੇਗੀ। ਇਤਿਹਾਸ ਵਿੱਚ ਲਿਖਿਆ ਹੈ, ਸਤਿਗੁਰੂ ਕਹਿੰਦੇ ਤੁਹਾਡੀ ਕਿਸਮਤ ਵਿੱਚ ਤਾਂ ਨਹੀਂ ਸੀ, ਸਾਡੇ ਘਰ ਚੌਥੇ ਪੁੱਤਰ ਨੇ ਪੈਦਾ ਹੋਣਾ ਸੀ, ਉਹ ਤੁਹਾਡੇ ਘਰ ਜਨਮ ਲਏਗਾ, ਉਹਦਾ ਨਾਮ ਰੱਖੋ ਉਹਦੇ ਭਾਈ ਭਗਤੂ, ਉਹ ਭਗਤੀ ਦਾ ਘਰ ਹੋਵੇਗਾ, ਭਗਤੀ ਵਿੱਚ ਓਤ ਪੋਤ ਹੋਵੇਗਾ। ਇਸ ਤਰ੍ਹਾਂ ਗੁਰਮੁਖੋ ਗੁਰੂ ਦੀ ਸੇਵਾ ਜਦੋਂ ਗੁਰੂ ਦੀ ਮੱਤ ਦੇ ਅਨੁਸਾਰ ਆਪਾਂ ਕਰਾਂਗੇ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਨਿਰਾਸੰਗ ਆਸ ਪੂਰਨ ਹੈ, ਕਿਤੋਂ ਵੀ ਆਸਾ ਪੂਰੀ ਨਹੀਂ ਹੋਈ। ਬੜੇ ਯਤਨ ਕੀਤੇ, ਬੜੇ ਧਾਗੇ ਤਵੀਤ, ਬੜੇ ਟੂਣੇ ਕੀਤੇ, ਬੜਾ ਕੁਝ ਕੀਤਾ, ਪੀਰਾਂ ਫਕੀਰਾਂ ਨੂੰ ਮਨਾਇਆ, ਪਰ ਕਿਤੋਂ ਵੀ ਦਾਤ ਨਹੀਂ ਮਿਲੀ। ਅੱਜ ਵੀ ਦੇਖੋ ਭਾਈ ਆਦਮ ਦਾ ਨਾਮ ਉਹਨਾਂ ਦੇ ਪੁੱਤਰ ਕਰਕੇ ਯਾਦ ਕੀਤਾ ਜਾਂਦਾ ਹੈ, ਭਾਈ ਭਗਤੂ ਜੀ। ਇਸ ਕਰਕੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਬਚਨ ਕਰਦੇ ਨੇ ਕਿ ਗੁਰੂ ਦੀ ਮੱਤ ਦਾ ਧਾਰਨੀ ਹੋ। ਜਦੋਂ ਤੱਕ ਆਪਾਂ ਗੁਰੂ ਦੀ ਮੱਤ ਦੇ ਧਾਰਨੀ ਨਹੀਂ ਹੁੰਦੇ, ਉਦੋਂ ਤੱਕ ਗੱਲ ਨਹੀਂ ਬਣੇਗੀ। ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੇ ਗੁਰੂ ਕਹਿੰਦਾ ਕੇਸ ਰੱਖ ਤੇ ਰੱਖਣੇ ਚਾਹੀਦੇ ਨੇ, ਆਪਾਂ ਕਿਉਂ ਕਤਲ ਕਰਾਉਂਦੇ ਹਾਂ? ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੇ ਗੁਰੂ ਕਹਿੰਦਾ ਕੇਸ ਨਹੀਂ ਰੰਗਣੇ, ਫਿਰ ਕਿਉਂ ਰੰਗਦੇ ਹਾਂ ਕੇਸਾਂ ਨੂੰ? ਗੁਰੂ ਦਾ ਹੁਕਮ ਹੈ, ਮਰਿਆਦਾ ਵਿੱਚ ਲਿਖਿਆ ਹੈ। ਪੰਜ ਪਿਆਰੇ ਜਦੋਂ ਆਪਾਂ ਨੂੰ ਅੰਮ੍ਰਿਤ ਛਕਾਉਂਦੇ ਨੇ, ਖਾਸ ਤੌਰ 'ਤੇ ਹਦਾਇਤ ਕਰਦੇ ਨੇ, ਆਪਾਂ ਨੂੰ ਗੁਰੂ ਮਹਾਰਾਜ ਜੀ ਦੀ ਮਰਿਆਦਾ ਨੂੰ ਮੰਨਣਾ ਪਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਇਸੇ ਪ੍ਰਥਾਏ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਕੁਕੀਜੈ। ਇਹ ਸੰਤੋ ਹੈ ਗੁਰਮੁਖੋ, ਪਾਤਸ਼ਾਹ ਕਹਿੰਦੇ ਭਾਈ ਗੁਰੂ ਉੱਚੀ ਦੇਣੀ ਕੂਕ ਕੇ ਤੁਹਾਨੂੰ ਪੁਕਾਰ ਕੇ ਕਹਿ ਰਿਹਾ ਹੈ। ਕੀ ਕਹਿ ਰਿਹਾ ਹੈ ਗੁਰੂ ਪਾਤਸ਼ਾਹ ਸਾਨੂੰ? ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਆਪਾਂ ਚਾਹੁੰਦੇ ਹਾਂ, ਅੱਜ ਮਨ ਕਰਕੇ ਦੁਨੀਆ ਦੁਖੀ ਹੈ, ਸਰੀਰ ਕਰਕੇ ਪਦਾਰਥ ਬਰੇ ਨੇ, ਪਰ ਮਨ ਕਰਕੇ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਨਾਨਕ ਦੁਖੀਆ
ਸਭ ਸੰਸਾਰ। ਅੰਦਰੋਂ ਸਾਰੇ ਦੁਖੀ ਨੇ, ਅੰਦਰ ਤਾਂ ਅੱਗ ਬਲਦੀ ਹੈ। ਬਾਬਾ ਫਰੀਦ ਜੀ ਕਹਿੰਦੇ ਹਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ ਉੱਚੇ ਚੜ੍ਹ ਕੇ ਦੇਖਿਆ। ਤਾਂ ਘਰ ਘਰ ਇਹ ਅੱਗ, ਘਰ ਘਰ ਵਿੱਚ ਹਿਰਦੇ ਹਿਰਦੇ ਦੇ ਵਿੱਚ ਹਰ ਇੱਕ ਦੇ ਅੰਦਰ ਦੁੱਖਾਂ ਦੀ ਅੱਗ ਲੱਗੀ, ਅੰਦਰੋਂ ਸੜ ਰਹੇ ਨੇ ਜੀਵ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਰਲਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਕੋ ਕੀਜੈ, ਜੇ ਆਤਮ ਕੋ ਸੁਖ ਸੁਖ ਨਿਤ ਲੋੜੋ। ਤਾਂ ਸਤਿਗੁਰ ਸ਼ਰਨ ਪਵੀਜੈ। ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਸਤਿਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਕੀ ਭਾਵ ਹੈ? ਵੀ ਗੁਰਦੁਆਰੇ ਆ ਕੇ ਬੈਠ ਜਾਈਏ। ਸਤਿਗੁਰੂ ਦੀ ਸ਼ਰਨ ਤੋਂ ਭਾਵ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਇਆ।